ਹੈਲੋ ਗਾਇਜ਼, ਗੁੱਡ ਈਵਨਿੰਗ ਟੂ ਆਲ ਆਫ ਯੂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਕੈਮਿਸਟਰੀ ਦਾ ਚੈਪਟਰ ਨੰਬਰ 3 ਕੈਮੀਕਲ ਕਾਈਨੈਟਿਕਸ ਚੱਲ ਰਿਹਾ ਹੈ ਅਤੇ ਇਸ ਚੈਪਟਰ ਦੇ ਦੌਰਾਨ ਅਸੀਂ ਕਾफ़ੀ ਸਾਰੇ ਲੈਕਚਰ ਸੁਣੇ ਅਤੇ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਸਾਰੇ ਕੰਸੈਪਟ ਰੇਟਲਾ, ਆਰਡਰ ਆਫ ਰਿਐਕਸ਼ਨ, ਜ਼ੀਰੋ ਆਰਡਰ ਅਤੇ ਉਹਦੇ ਨੂਮੈਰੀਕਲ, ਫਸਟ ਆਰਡਰ ਅਤੇ ਉਹਦੇ ਨੂਮੈਰੀਕਲ, ਇਹ ਆਪਾਂ ਕੱਲ੍ਹ ਹੀ ਲੈਕਚਰ ਸੁਣ ਕੇ ਹਟੇ ਹਾਂ ਅਤੇ ਸਾਰੇ ਕੰਸੈਪਟ ਅਤੇ ਇਹਦੇ ਨਾਲ ਦੇ ਹੋਰ ਵੀ ਕਈ ਕੰਸੈਪਟ ਸਾਨੂੰ ਲੈਕਚਰ ਵਿੱਚ ਕਲੀਅਰ ਕਰਵਾਏ ਆ। ਅਤੇ ਇਹਨਾਂ ਲੈਕਚਰਾਂ ਦੇ ਦੌਰਾਨ ਆਪਾਂ ਇਹ ਫਾਰਮੂਲਾ ਦੇਖ ਚੁੱਕੇ ਹਾਂ ਅਤੇ ਇਸ ਫਾਰਮੂਲੇ ਨੂੰ ਲੈਕਚਰ ਵਿੱਚ ਕੁਝ ਇਸ ਤਰੀਕੇ ਨਾਲ ਦਿਖਾਇਆ ਗਿਆ ਸੀ। ਇਹਦੇ ਅਤੇ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ, ਮਤਲਬ ਫਰਕ ਹੈ ਹੀ ਨਹੀਂ। ਇਹਦੇ ਵਿੱਚ ਜਿਹੜਾ ਐਨ ਆ ਉਹ ਆਰਡਰ ਆਫ ਰਿਐਕਸ਼ਨ ਆ। ਕਿਸੇ ਵੀ ਰਿਐਕਸ਼ਨ ਦਾ ਆਰਡਰ ਕੱਢਣ ਲਈ ਆਪਾਂ ਐਨ ਦਾ ਯੂਜ਼ ਕਰਦੇ ਹਾਂ। ਮੰਨ ਲਓ ਕਿ ਆਪਾਂ ਜ਼ੀਰੋ ਆਰਡਰ ਰਿਐਕਸ਼ਨ ਕੱਢਣਾ ਹੈ ਅਤੇ ਆਪਾਂ ਐਨ ਦੀ ਵੈਲਿਊ ਨੂੰ 0 ਪੁੱਟ ਕਰ ਦੇਣਾ ਅਤੇ ਉਹਦਾ ਜਿਹੜਾ ਆਨਸਰ ਇਹ ਆ ਜਾਣਾ ਹੈਗਾ। ਇੱਦਾਂ ਹੀ ਆਪਾਂ ਫਸਟ ਆਰਡਰ ਕੱਢਣ ਲਈ ਐਨ ਦੀ ਵੈਲਿਊ ਨੂੰ 1 ਪੁੱਟ ਕਰ ਦਿੱਤਾ, 1 - 1 ਇਹ ਸਾਰਾ ਫੈਕਟਰ 0 ਬਣ ਗਿਆ, ਇਸ ਕਰਕੇ ਇਹਦਾ ਆਨਸਰ ਪਰ ਸੈਕਿੰਡ। ਇੱਦਾਂ ਹੀ ਇਹ ਸਾਰੇ ਸੈਕਿੰਡ ਆਰਡਰ, ਥਰਡ ਆਰਡਰ, ਇੱਦਾਂ ਹੀ ਇਹ ਸਾਰੇ ਜਿਹੜੇ ਆ ਉਹ ਨਿਕਲ ਜਾਣੇ ਹੈਗੇ ਆ। ਅਤੇ ਇਹ ਫਾਰਮੂਲਾ ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਆ, ਕਿਉਂਕਿ ਅਗਰ ਆਪਾਂ 0, ਫਸਟ, ਸੈਕਿੰਡ, ਥਰਡ ਇਹ ਆਰਡਰ ਕੱਢਣੇ ਹੋਣ ਤਾਂ ਇਹ ਬਹੁਤ ਹੀ ਜ਼ਿਆਦਾ ਯੂਜ਼ ਹੁੰਦਾ। ਇਹਦੇ ਨਾਲ ਸਾਨੂੰ 1 ਨੰਬਰ ਦਾ ਜਿਹੜਾ ਕੁਐਸਚਨ ਆਉਂਦਾ ਕਿ ਜ਼ੀਰੋ ਆਰਡਰ ਫਾਈਂਡ ਕਰੋ ਜਾਂ ਫਸਟ, ਸੈਕਿੰਡ, ਇੱਦਾਂ ਕੋਈ ਕੁਐਸਚਨ ਆਵੇ ਤਾਂ 1 ਮਾਰਕਸ ਸਾਨੂੰ ਕਾफ़ੀ ਆਸਾਨੀ ਨਾਲ ਮਿਲ ਜਾਂਦਾ। ਇਸ ਕਰਕੇ ਫਾਰਮੂਲਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਇੱਦਾਂ ਆਪਾਂ ਜ਼ੀਰੋ ਆਰਡਰ ਦੇ ਵਿੱਚ ਅਗਰ ਆਪਾਂ ਐਨ ਦੀ ਵੈਲਿਊ 0 ਪੁੱਟ ਕੀਤੀ ਤਾਂ ਸਾਡੇ ਕੋਲ ਇਹ ਆਨਸਰ ਆ ਗਿਆ। ਫਸਟ ਆਰਡਰ ਰਿਐਕਸ਼ਨ ਕੱਢਣ ਲਈ ਆਪਾਂ ਐਨ ਦੀ ਵੈਲਿਊ 1 ਪੁੱਟ ਕੀਤੀ, ਸਾਡੇ ਕੋਲ ਇਹ ਆਨਸਰ ਆ ਗਿਆ। ਇੱਦਾਂ ਹੀ ਸੈਕਿੰਡ ਲਈ, ਇੱਦਾਂ ਹੀ ਥਰਡ ਲਈ। ਇਹ ਯਾਦ ਰੱਖਣਾ ਹਮੇਸ਼ਾ ਚੀਜ਼ ਕਿ ਅਗਰ ਆਪਾਂ ਜ਼ੀਰੋ ਆਰਡਰ ਰਿਐਕਸ਼ਨ ਦੇ ਨੂਮੈਰੀਕਲ ਕਰ ਰਹੇ ਹਾਂ ਅਤੇ ਉਹਦੇ ਜਿਹੜੇ ਯੂਨਿਟਸ ਆਪਾਂ ਇਹ ਲਿਖਣੇ ਆ, ਮੋਲ ਪਰ ਲੀਟਰ ਪਰ ਸੈਕਿੰਡ। ਅਗਰ ਆਪਾਂ ਫਸਟ ਆਰਡਰ ਰਿਐਕਸ਼ਨ ਦੇ ਨੂਮੈਰੀਕਲ ਕਰ ਰਹੇ ਹਾਂ ਤਾਂ ਆਪਾਂ ਜਿਹੜੇ ਕੇ ਦੇ ਯੂਨਿਟਸ ਉਹ ਲਿਖਣੇ ਪਰ ਸੈਕਿੰਡ ਜਾਂ ਪਰ ਮਿੰਟ। ਇੱਦਾਂ ਹੀ ਸੈਕਿੰਡ ਆਰਡਰ ਰਿਐਕਸ਼ਨ ਅਤੇ ਥਰਡ ਆਰਡਰ ਰਿਐਕਸ਼ਨ ਦੇ ਨੂਮੈਰੀਕਲ ਲਈ ਇਹ ਯੂਨਿਟਸ ਯੂਜ਼ ਹੋਣੇ ਹੈਗੇ। ਵੈਸੇ ਮੋਸਟਲੀ ਜ਼ੀਰੋ ਅਤੇ ਫਸਟ ਹੀ ਯੂਜ਼ ਹੁੰਦੇ ਹੈਗੇ ਆ, ਬਟ ਫਿਰ ਵੀ ਇਹ ਸਾਨੂੰ ਯਾਦ ਰੱਖਣ ਵਾਲੀ ਚੀਜ਼ ਆ। ਬਾਕੀ ਇਹ ਕੰਸੈਪਟ ਜਿਹੜੇ ਆ ਦੂਸਰੇ ਸਟੂਡੈਂਟ ਤੋਂ ਆ, ਆਰਡਰ ਆਫ ਰਿਐਕਸ਼ਨ ਅਤੇ ਯੂਨਿਟਸ। ਮੈਂ ਤੁਹਾਨੂੰ ਨੂਮੈਰੀਕਲ ਪੋਰਸ਼ਨ ਕਰਵਾਉਣਾ ਹੈ ਅਤੇ ਆਈ ਹੋਪ ਕਿ ਤੁਹਾਨੂੰ ਨੂਮੈਰੀਕਲ ਪੋਰਸ਼ਨ ਸਮਝ ਆਵੇ ਅਤੇ ਤੁਸੀਂ ਜਿਹੜੇ ਨੂਮੈਰੀਕਲ ਆ ਉਹ ਵਧੀਆ ਤਰੀਕੇ ਨਾਲ ਸੋਲਵ ਕਰ ਸਕੋ। ਇਹ 3 ਫਾਰਮੂਲੇ ਆ ਜਿਹੜੇ ਕਿ ਆਪਾਂ ਲੈਕਚਰ ਵਿੱਚ ਵੀ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਅਤੇ ਇਹ ਨੂਮੈਰੀਕਲ ਦੇ ਵਿੱਚ ਕਾफ़ੀ ਯੂਜ਼ ਹੋਣ ਵਾਲੇ ਆ ਇਹ ਫਾਰਮੂਲੇ। ਇਹ ਪਹਿਲਾ A = A0 - KT, AT = 2.303/K × log A/A0। ਜਿਹੜਾ A ਆ ਸਾਡੀ ਇਹ ਇਨੀਸ਼ੀਅਲ ਕੰਸਨਟ੍ਰੇਸ਼ਨ ਆ, ਇਨੀਸ਼ੀਅਲ ਕੰਸਨਟ੍ਰੇਸ਼ਨ ਹੋ ਗਈ। ਅਤੇ ਜਿਹੜਾ A0 ਆ ਇਹ ਸਾਡੀ ਰਿਮੇਨਿੰਗ ਕੰਸਨਟ੍ਰੇਸ਼ਨ ਆ ਕਿ ਸਾਡੇ ਕੋਲ ਜਿਹੜਾ ਕਿੰਨਾ ਬਚੇ। ਅਤੇ ਬਾਕੀ ਇਹ T ਹਾਫ 0.693/K। ਇਹ ਤਿੰਨੋਂ ਫਾਰਮੂਲੇ ਜਿਹੜੇ ਆ ਇਹ ਬਹੁਤ ਹੀ ਜ਼ਿਆਦਾ ਯੂਜ਼ ਹੋਣ ਵਾਲੇ ਹੈਗੇ ਆ ਸਾਡੇ ਨੂਮੈਰੀਕਲ ਪੋਰਸ਼ਨ ਵਿੱਚ। ਫਸਟ ਆਰਡਰ ਰਿਐਕਸ਼ਨ ਵਿੱਚ 3 ਟਾਈਪ ਦੇ ਨੂਮੈਰੀਕਲ ਹੁੰਦੇ ਆ। ਇਹ ਫਸਟ ਟਾਈਪ ਜਿਹੜੀ ਮੈਂ ਤੁਹਾਨੂੰ ਸਮਝਾਉਣ ਲੱਗੀ ਹਾਂ ਉਹਦੇ ਵਿੱਚ ਇਹ ਆ ਕਿ ਮੰਨ ਲਓ ਅਗਰ ਸਾਨੂੰ ਇਨੀਸ਼ੀਅਲ ਕੰਸਨਟ੍ਰੇਸ਼ਨ 1 ਦਿੱਤੀ ਆ ਅਤੇ ਜਿਹੜੀ ਸਾਡੇ ਕੋਲ ਰਿਮੇਨਿੰਗ ਕੰਸਨਟ੍ਰੇਸ਼ਨ ਆ ਉਹ 1/18 ਆ। ਆਪਾਂ ਫਾਰਮੂਲੇ ਵਿੱਚ ਦੇਖਿਆ ਹੈ ਕਿ ਇਹਨੂੰ ਆਪਾਂ ਇਨੀਸ਼ੀਅਲ ਕੰਸਨਟ੍ਰੇਸ਼ਨ ਮੰਨਦੇ ਹਾਂ ਅਤੇ A0 ਨੂੰ ਆਪਾਂ ਜਿਹੜੀ ਆ ਰਿਮੇਨਿੰਗ ਕੰਸਨਟ੍ਰੇਸ਼ਨ ਮੰਨਦੇ ਹਾਂ, ਠੀਕ ਹੈ। ਅਤੇ ਇਹਦੇ ਵਿੱਚ ਅਗਰ ਆਪਾਂ ਫਾਰਮੂਲਾ ਅਪਲਾਈ ਕਰਦੇ ਹਾਂ 2.303/K, ਇਹਦੇ ਵਿੱਚ ਆਪਾਂ ਸਿੱਧੀ A ਦੀ ਵੈਲਿਊ 1 ਅਤੇ 1/18 ਪੁੱਟ ਕਰ ਦੇਣੀ ਪਰ ਜਾ ਕੇ log 18। ਬਾਅਦ ਵਿੱਚ ਆਪਾਂ log 18 ਦੀ ਵੈਲਿਊ ਪੁੱਟ ਕਰਕੇ ਔਰ ਇਹ ਜਿਹੜਾ ਸਾਰਾ ਕੁਝ ਸੋਲਵ ਕਰ ਲੈਣਾ ਹੈਗਾ। ਇਹ ਸਾਡੀ ਫਸਟ ਟਾਈਪ ਹੋ ਗਈ। ਫਸਟ ਟਾਈਪ ਵਿੱਚ ਕੋਈ ਉਹ ਨਹੀਂ ਹੈਗਾ। ਇਹਦੇ ਵਿੱਚ ਆਪਾਂ ਜਿਹੜੀ 1 ਆ ਉਹਨੂੰ ਆਪਾਂ ਇਨੀਸ਼ੀਅਲ ਕੰਸਨਟ੍ਰੇਸ਼ਨ ਮੰਨ ਲੈਣਾ, 1/18 ਨੂੰ ਆਪਾਂ ਜਿਹੜੀ ਆ ਰਿਮੇਨਿੰਗ ਕੰਸਨਟ੍ਰੇਸ਼ਨ ਮੰਨ ਲੈਣਾ ਅਤੇ ਉਹਦੀਆਂ ਵੈਲਿਊਜ਼ ਪੁੱਟ ਕਰਕੇ ਇਹ ਸਾਰਾ ਨੂਮੈਰੀਕਲ ਸੋਲਵ ਹੋ ਜਾਣਾ। ਅਤੇ ਜਿਹੜੀ ਸੈਕਿੰਡ ਟਾਈਪ ਆ ਇਹਦੇ ਵਿੱਚੋਂ ਥੋੜ੍ਹੀ ਜਿਹੀ ਡਿਫਰੈਂਟ ਆ, ਉਹ ਆਪਾਂ ਦੇਖਦੇ ਹਾਂ। ਟਾਈਪ 2 ਵਿੱਚ ਵੀ ਆਪਾਂ ਸੇਮ ਹੀ ਐਗਜ਼ਾਮਪਲ ਲੈ ਲੈਂਦੇ ਹਾਂ। ਅਗਰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਟਾਈਪ 2 ਵਿੱਚ ਆਪਾਂ ਜਿਹੜੀ ਹਮੇਸ਼ਾ ਸਾਡੀ ਜਿਹੜੀ ਇਨੀਸ਼ੀਅਲ ਕੰਸਨਟ੍ਰੇਸ਼ਨ ਆ ਉਹਨੂੰ ਆਪਾਂ 1 ਲੈਣਾ ਅਤੇ ਅਗਰ ਉਹਨਾਂ ਨੇ ਸਾਨੂੰ ਕਿਹਾ ਵੀ ਇਹਦੀ ਰਿਮੇਨਿੰਗ ਕੰਸਨਟ੍ਰੇਸ਼ਨ 1/18 ਆ ਤਾਂ ਆਪਾਂ ਜਿਹੜੀ ਉਹਦੀ ਰਿਮੇਨਿੰਗ ਕੰਸਨਟ੍ਰੇਸ਼ਨ ਨੂੰ 1/18 ਨਹੀਂ ਲੈਣਾ, ਆਪਾਂ ਉਹਦੀ ਰਿਮੇਨਿੰਗ ਕੰਸਨਟ੍ਰੇਸ਼ਨ ਵਿੱਚ 1 - 1/18 ਕਰ ਦੇਣਾ। ਇਹ ਜਿਹੜੀ ਸਾਡੀ ਰਿਮੇਨਿੰਗ ਕੰਸਨਟ੍ਰੇਸ਼ਨ ਬਣਦੀ ਹੈ, ਇਹ ਸਾਡੀ ਰਿਮੇਨਿੰਗ ਕੰਸਨਟ੍ਰੇਸ਼ਨ ਬਣਦੀ ਹੈ ਅਤੇ ਇਹ ਜਿਹੜੀ ਸਾਡੀ ਆ ਇਹ ਸਾਡੀ ਇਨੀਸ਼ੀਅਲ ਕੰਸਨਟ੍ਰੇਸ਼ਨ
होगी। ये थोड़ी जी अलग आ, आप फस्ट टाइप विच सीधा 1/18 लिया सी, पर आप सैकेंड टाइप विच इदां नहीं लेना। आप सैकेंड टाइप विच 1 - 1/18 लेना, तो सैकेंड टाइप विच आप जिहड़ी इनिशियल कंसनट्रेशन आ वो हमेशा 1 लैनी है, तो इनू सेम इदां ही इहदे फॉर्मूले विच पुट कर देना। ये इदां पुट कर देना। तो थर्ड टाइप भी बिल्कुल इहदी तरह ही आ, उहदे विच भी इदां ही करना, बस उहदे विच डिफरेंस थोड़ा जिहा जो है वो आपां देखते हैं। थर्ड टाइप विच अगर तुसीं मान लो कि है ना, उन्होंने कहा भी 2.31 मिनट विच या कोई भी 2 मिनट विच उन्हें 75% एरिया जिहड़ा है कवर कर लिया, तो उहदे विच आपां जिहड़ी इनिशियल कंसनट्रेशन उहदी 100% लैनी है, तो जिहड़ी उहदी रिमेनिंग उन्होंने बोला कि इन्होंने 2 मिनट विच 75% जिहड़ा एरिया वो की कवर किया है 75%। आपां जिहड़ा रिमेनिंग कंसनट्रेशन उन्होंने आपां 75 नहीं लैना, असीं इहदे विचों 100 - 75 = 25 आया ना, ये आपां जिहड़ी आ कि रिमेनिंग कंसनट्रेशन लैनी है। आपां रिमेनिंग कंसनट्रेशन ये लैनी है, तो जिहड़ी ये 100% आ उन्होंने आपां इनिशियल कंसनट्रेशन लैना। बस ये इन्हां दोनों विच यही टाइप 2 ते टाइप 3 विच यही थोड़ा जिहा डिफरेंस आ कि आपां जिहड़ी रिमेनिंग कंसनट्रेशन आ वो आपां 1 - 1/18 या फिर परसेंटेज च होवे या 100 - 75 या जो भी सानू इन्हां ने रिमेनिंग कंसनट्रेशन पहला तो ही दित्ती हुंदी आ, आपां 100 चों माइनस कर देनी, तो सैकेंड टाइप विच आपां जिहड़ी आ वो आपां 1 चों माइनस कर देनी, तो जिहड़ी फस्ट आ वो आपां एज इट इज़ 1 ते 1 लिख देनी। अगर सानू रिमेनिंग कंसनट्रेशन 1/18 आ तो 1/18 ही। सो ये साडा फस्ट ऑर्डर रिएक्शन दी न्यूमैरिकल आ, ते ये साडी फस्ट टाइप आ, जिहदे विच इहदा क्वेश्चन सानू दिता है बुक दी 36 एग्जाम्पल आ, जिहदे विच सानू ये एक क्वेश्चन दिता कि दी रेट कॉन्सटेंट फॉर ए फस्ट ऑर्डर रिएक्शन इन 60 पर सैकेंड। जिहड़ा साडा रेट कॉन्सटेंट आ वो 60 पर सैकेंड आ। हाउ मच टाइम विल इट टेक टू रिड्यूस द कंसनट्रेशन ऑफ द रिएक्टेंट टू 1/10 ऑफ इट्स इनिशियल वैल्यू। ਇਹਦੇ ਵਿੱਚ ਸਾਨੂੰ टी फाइंड करन ਨੂੰ ਕਿਹਾ 1/10 ਇਹ ਸਾਡੇ ਕੋਲ ਜਿਹੜੀ ਆ ਇਨੀਸ਼ੀਅਲ ਵੈਲਿਊ ਅਸੀਂ 1 ਲੈਣੀ ਆ ਤੇ 1/10 ਸਾਡੀ ਰਿਮੇਨਿੰਗ ਕੰਸਨਟ੍ਰੇਸ਼ਨ ਆ। ਤੇ ਇਹਦੇ ਵਿੱਚ ਜਿਹੜਾ ਸਾਡੇ ਕੋਲ ਫਾਰਮੂਲਾ ਹੁੰਦਾ ਆ T = 2.303/K log A0/8। ਇਹਦੇ ਵਿੱਚ ਸਾਨੂੰ A0 ਦੀ ਵੈਲਿਊ ਨੂੰ ਆਪਾਂ 1 ਮੰਨਿਆ ਆ ਇਨੀਸ਼ੀਅਲ ਕੰਸਨਟ੍ਰੇਸ਼ਨ, ਤੇ A ਦੀ ਵੈਲਿਊ ਨੂੰ ਆਪਾਂ 1/10 रिमेनिंग कंसनट्रेशन मनिया, तो इन्हां दोनों दियां वैल्यूज़ आप ये पुट कर देने, तो के दी वैल्यू साडे कोल उन्होंने गिवन दी हुई है 60 पर सैकेंड, तो उन्होंने आप ये पुट कर दिता। हुण ये उपर जाके मल्टीप्लाई हो जाना, तो log 10 की वैल्यू इस कुछ इस तरीके का बनना, फिर साडे कोल log 10 की वैल्यू हुंदी है 1, इन्हों कैलकुलेट करके इहदा आंसर आ जाना 0.038 सैकेंड, ये इहदा आंसर आ जाना। फस्ट टाइप सी न्यूमैरिकल दी। हुण आपां सैकेंड टाइप देखांगे। ਇਹ ਸਾਨੂੰ टाइप सैकेंड ਦਾ ਸਾਡੇ ਕੋਲ क्वेश्चन आ, ਉਹਨਾਂ ਵਿੱਚ ਉਹਨਾਂ ਨੇ ਬੋਲਿਆ ਵਾ कैलकुलेट 2/3 लाइफ ऑफ फस्ट ऑर्डर रिएक्शन हैविंग के रेट कॉन्सटेंट 5.48 × 10⁻⁻⁴। ठीक है, ਇਹ ਸਾਨੂੰ ਉਹਨਾਂ ਨੇ ਜਿਹੜੀ ਸਾਡੀ ਇਕੁਏਸ਼ਨ ਦਿੱਤੀ ਆ, ਇਹਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ टाइप 2 'ਚ ਦੱਸਿਆ ਵੀ ਜਿਹੜੀ ਆਪਾਂ ਸਾਡੀ ਇਹਦੀ ਇਨੀਸ਼ੀਅਲ ਕੰਸਨਟ੍ਰੇਸ਼ਨ ਆ ਉਹਨੂੰ ਆਪਾਂ 1 ਲੈਣਾ, ਤੇ ਇਹਦੀ ਜਿਹੜੀ ਸਾਨੂੰ ਵੈਲਿਊ ਦਿੱਤੀ ਆ कैलकुलेट 2/3 मतलब टी ਜਿਹੜੀ ਸਾਨੂੰ 2/3 ਦਿੱਤੀ ਆ, ਆਪਾਂ ਉਹਦੀ ਰਿਮੇਨਿੰਗ ਕੰਸਨਟ੍ਰੇਸ਼ਨ ਕੀ ਲੈਣੀ ਆ। ਇਹਦਾ ਇੱਥੇ ਸਾਨੂੰ 2/3 ਦਿੱਤਾ, ਮੈਂ ਬੋਲਿਆ ਸੀ ਵੀ ਆਪਾਂ ਉਹਦੀ ਰਿਮੇਨਿੰਗ ਕੰਸਨਟ੍ਰੇਸ਼ਨ 1 - 2/3 ਲੈਣੀ ਆ। ਇਹ ਸਾਡੇ ਕੋਲ ਜਿਹੜੀ ਹੈ ਰਿਮੇਨਿੰਗ ਕੰਸਨਟ੍ਰੇਸ਼ਨ ਬਣ ਗਈ ਉਹਦੀ, ਤੇ ਇਹ ਆ ਗਿਆ ਤੇ ਇਹਦਾ ਆਪਾਂ ਐਲਸੀਐਮ 3 ਦਾ ਲਿਆ, 3 - 2 = 1/3। ਇਹਦੀ ਇਹ ਕੀ ਹੈ ਰਿਮੇਨਿੰਗ ਕੰਸਨਟ੍ਰੇਸ਼ਨ ਇਹਦੀ ਇਹ ਹੋ ਗਈ, ਤੇ ਇਨੀਸ਼ੀਅਲ ਕੰਸਨਟ੍ਰੇਸ਼ਨ ਆਪਾਂ ਇਹਦੀ ਇਹ ਲੈਣੀ ਆ, ਤੇ ਇਹਦੇ ਵਿੱਚ ਸਾਨੂੰ ਜਿਹੜੀ ਕੇ ਦੀ ਵੈਲਿਊ ਦਿੱਤੀ ਆ 5.48 × 10⁻⁻⁴, ਤੇ ਜਿਹੜਾ ਸਾਡਾ ਫਾਰਮੂਲਾ ਆ T = 2.303/K log A0। ਇਹ ਸਾਡੇ ਕੋਲ ਜਿਹੜਾ ਫਾਰਮੂਲਾ ਹੁੰਦਾ ਇਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰਦੇ ਨੇ ਵੀ ਜਿਹੜੀ ਆਪਾਂ ਇਨੀਸ਼ੀਅਲ ਵੈਲਿਊ ਆਪਾਂ ਇਹ ਜਿਹੜੀ ਆ A0 ਆਪਾਂ 1 ਲੈਣਾ ਹੈ, ਤੇ ਜਿਹੜੀ A ਦੀ ਵੈਲਿਊ ਰਿਮੇਨਿੰਗ ਕੰਸਨਟ੍ਰੇਸ਼ਨ ਸਾਡੇ ਕੋਲ 1/3 ਆਈ ਉਹ ਆਪਾਂ ਇਹਨਾਂ ਵਿੱਚ ਪੁੱਟ ਕਰ ਦੇਣੀ, ਤੇ ਜਿਹੜੀ K ਦੀ ਵੈਲਿਊ ਸਾਨੂੰ 5.48
इंटू 10⁻⁻14 जी सानू दी हुई आ आप वो लिख लेनी। -14 ये जोड़ा उपर जाके मल्टीप्लाई आना तो log 3 आ जाना साढ़े कोल ते साढ़े कोल log 3 की वैल्यू होंगी आ 0.4771 t इक्वल्स टू 0.303 5.48 to 10⁻⁻14 सॉरी तो log 3 की वैल्यू होंगी साढ़े कोल 0.4771 तो इन्हां सारिया वैल्यूज़ नूं कैलकुलेट करके साढ़े कोल आंसर आ जाना हैगा आ 2.01 इक्वल सॉरी इंटू 10⁻13 सेकेंड ये साडा जिहड़ा साडे कोल ये आंसर आ गया टी 2/3 का उन्होंने बोलिया सी ना कैलकुलेट 2/3 लाइफ इस करके आप टी के नाल 2/3 भी लिखना इन्हों कैलकुलेट करके साढ़े कोल आंसर ये आ गया। हुण आप इस फस्ट ऑर्डर रिएक्शन की थर्ड टाइप करांगे। हुण आप इहदी टाइप थर्ड का न्यूमेरिकल करांगे। उन्होंने सानू एक क्वेश्चन दिता ए फस्ट ऑर्डर रिएक्शन इज़ 50% कंप्लीट इन 20 मिनट हाउ लॉन्ग विल इट टेक टू कंप्लीट 60%। ਇਹਦੇ ਵਿੱਚ ਉਹਨਾਂ ਨੇ 50% ਕੰਪਲੀਟ ਇਨ 20 ਮਿੰਟ ਤੇ ਉਹਨਾਂ ਨੇ ਬੋਲਿਆ 60% ਵਿੱਚ ਕਦੋਂ ਕੰਪਲੀਟ ਕਰੂਗਾ। 20 ਮਿੰਟ ਉਹਨਾਂ ਨੇ ਦੱਸ ਕੇ ਸਾਨੂੰ ਟੀ ਤਾਂ ਦੇ ਦਿੱਤਾ। ਇਹਦੇ ਵਿੱਚ ਆਪਾਂ ਹੁਣ ਪਹਿਲਾਂ ਕੇ ਫਾਈਂਡ ਆਊਟ ਕਰਨਾ। ਸੋ ਪਹਿਲਾਂ ਆਪਾਂ ਇਹਦਾ ਫਾਰਮੂਲਾ ਜਿਹੜਾ ਸਾਡੇ ਕੋਲ ਇਹ ਹੈ ਆਪਾਂ के बाहर ले आना तो उसकी जगह पे टी लिख देना ताकि आप रेट कॉन्सटेंट के फाइंड कर सकी। उन्होंने बोलिया भी 50% कंप्लीट इन 20 मिनट। सो साड़ी जी आप पहला भी दसिया कि परसेंटेज विच आप जी इनीशियल आ कंसनट्रेशन उन्होंने आप 100 लेना तो जी सानू दी हुई आ 50% आप 100 चो -15 करके जिन्नी साढ़े कोल वैल्यू आनी उन्होंने आप रिमेनिंग कंसनट्रेशन लेना। हुण आप ये वैल्यूज़ नू इस फॉर्मूले विच पुट कर देना। टी दी साढ़े कोल हैगा 20 मिनट सो आप इत्थे इनू 20 लिख देना ते ए नोट दी वैल्यू साढ़े कोल 100 आ ते ए दी वैल्यू साढ़े कोल 85 तो ये 100 नू 85 नाल डिवाइड किया तो 1.17 आता तो log 1.17 की वैल्यू होंगी अपने को 0.0706। हुण आपां वैल्यू नू पुट करके ਇਹਦਾ आंसर कढ़ लेना के इक्वल्स टू 2.303/20 तो साढ़े कोल वैल्यू होंगी 0.0706। इन्हां सारिਆਂ ਨੂੰ कैलकुलेट करके साढ़े कोल आंसर आ जाना 8.13 इंटू 10⁻⁻3। मैं तुहानू कहा सी इहदा आंसर या आप पर सैकेंड च लिखना या आप पर मिनट च लिखना। ये यूनिट्स मतलब मैं पहला भी कही फस्ट ऑर्डर रिएक्शन दे आप पर मिनट या पर सैकेंड दे विच लिखने। हुण इन सैकेंड केस ये साडा फस्ट केस सॉल्व हो गया। हुण आप सैकेंड केस लिखना सानू पता कि साडे कोल ए नोट की वैल्यू 100 आ। उन्होंने दूसरी बारी क्या भी 60% दूसरी बारी उन्होंने बोलिया 60% तो आप कितना लेना 100 - 60 इक्वल्स टू 40 जोड़ा 40 आ साडे कोल रिमेनिंग कंसनट्रेशन आ ए की वैल्यू तो जी 100 आ इनीशियल कंसनट्रेशन आ साडे कोल ए नोट की वैल्यू। सो इनू आप टी बाहर रखना क्योंकि हुण सानू के की वैल्यू इत्थों पता लग गया किन्नी अपने कोल 8.13 इंटू 10⁻⁻3 पर मिनट। हुण आप उहदी वैल्यू पुट कर देनी इहदे विच।
ਇਹ ਜਿਹੜਾ ਕਿ ਇਹਨਾਂ ਨੂੰ ਡਿਵਾਈਡ ਕਰਕੇ 5/2 ਨੂੰ ਡਿਵਾਈਡ ਕਰਕੇ 2.5 ਲੋਗ 2.5 ਦੀ ਵੈਲਿਊ ਹੁੰਦੀ ਆ 0.3979 ਅਤੇ ਜਦੋਂ ਆਪਾਂ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਕੇ ਇਹਨਾਂ ਨੂੰ ਕੈਲਕੂਲੇਟ ਕੀਤਾ ਤਾਂ ਸਾਡੇ ਕੋਲ 2.7 ਮਿੰਟ ਇਹ ਆਨਸਰ ਆਇਆ। ਸੋ ਇਹ ਹਰੇਕ ਟਾਈਪ ਦੇ 3 ਟਾਈਪ ਸੀਗੀਆਂ, ਉਹਨਾਂ ਦਾ ਮੈਂ ਇੱਕ ਨੂਮੈਰੀਕਲ ਕਰਾਤਾ। ਆਈ ਹੋਪ ਕਿ ਤੁਹਾਨੂੰ ਸਮਝ ਲੱਗਾ ਹੋਊਗਾ। ਅੱਗੇ ਮੈਂ ਇਹਨਾਂ ਦੇ ਨਾਲ ਦੇ ਕੁਝ ਤੁਹਾਨੂੰ ਪ੍ਰੋਬਲਮ ਸੈਂਡ ਕਰਦੀ ਹਾਂ। ਆਈ ਹੋਪ ਕਿ ਤੁਸੀਂ ਚੰਗੀ ਤਰ੍ਹਾਂ ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਕਾਮਯਾਬ ਹੋਵੋ। ਅਤੇ ਆਈ ਹੋਪ ਕਿ ਮੇਰਾ ਲੈਕਚਰ ਤੁਹਾਨੂੰ ਵਧੀਆ ਲੱਗਾ ਹੋਵੇ। ਅਗਰ ਵਧੀਆ ਲੱਗਾ ਹੋਇਆ ਤਾਂ ਪਲੀਜ਼ ਗਰੁੱਪ ਵਿੱਚ ਇੱਕ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਵਧੀਆ ਲੱਗਾ। ਜੇ ਕੋਈ ਕਮੀ ਪੇਸ਼ੀ ਹੋਊਗੀ ਉਹ ਵੀ ਜ਼ਰੂਰ ਦੱਸਿਓ, ਕਿਉਂਕਿ ਇੱਦਾਂ ਜਿਹੜੀ ਸਾਡੇ 'ਚ ਇੰਪਰੂਵਮੈਂਟ ਆ ਜਾਂਦੀ ਆ। ਮੈਂ ਉਹਨਾਂ 'ਚੋਂ ਨਹੀਂ ਹੈ ਕਿ ਮੈਨੂੰ ਇਹ ਕਹਿ ਦਿੱਤਾ ਵੀ ਹਾਂ ਕਿ ਤੁਸੀਂ ਮੇਰੀ ਕਮੀ ਦੱਸੀ। ਪਲੀਜ਼ ਅਗਰ ਮੇਰੀ ਕੋਈ ਕਮੀ ਹੋਊਗੀ ਤਾਂ ਮੇਰੀ ਕਮੀ ਵੀ ਦੱਸਿਓ। ਬਾਕੀ ਮੈਂ ਲੈਕਚਰ ਸਮਝਾਉਣ ਦੀ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ। ਮੈਂ ਇਹਦੇ ਨਾਲ ਦੀ ਕੁਛ ਨੂਮੈਰੀਕਲ ਪ੍ਰੋਬਲਮਸ ਤੁਹਾਨੂੰ ਸੈਂਡ ਕਰ ਦਿੰਦੀ ਹਾਂ, ਤੁਸੀਂ ਉਹ ਟਰਾਈ ਕਰਿਓ। ਆਈ ਹੋਪ ਕਿ ਤੁਹਾਡੇ ਕੋਲ ਜ਼ਰੂਰ ਟਰਾਈ ਹੋ ਜਾਣਗੀਆਂ। ਥੈਂਕ ਯੂ ਸੋ ਮਚ।